ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਅੱਜ ਰਾਜਾ ਬੜਿੰਗ ਅਤੇ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਵਿਚਕਾਰ ਤਲਖੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਰਾਜਾ ਬੜਿੰਗ ਦੇ ਵੱਲੋਂ ਗਤੀਵਿਧੀਆਂ ਤੋਂ ਪਰੇਸ਼ਾਨ ਹੋ ਕੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਨੇ, ਉਹਨਾਂ ਗਤੀਵਿਧੀਆਂ ਤੋਂ ਖਫਾ ਹੋ ਕੇ ਇੱਕ ਸਖਤ ਚੇਤਾਵਨੀ, ਸਖਤ ਸੰਦੇਸ਼ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਦੇ ਲਈ ਕੀ ਆ ਉਹ ਚੇਤਾਵਨੀ, ਕੀ ਆ ਉਹ ਸੰਦੇਸ਼, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਕਾਂਗਰਸ ਦੇ ਸੀਨੀਅਰ ਲੀਡਰ ਦੀ, ਜਿਸ ਨੇ ਕਿ ਭਗਵੰਤ ਮਾਨ ਨੂੰ ਸਹੀ ਤਰੀਕੇ ਦੇ ਨਾਲ ਸਰਕਾਰ ਚਲਾਉਣ ਦੇ ਲਈ ਦੱਸਿਆ ਵੀ ਕਿਸ ਤਰ੍ਹਾਂ ਸਰਕਾਰ ਚੱਲੇਗੀ, ਨਸੀਹਤ ਦਿੱਤੀ ਗਈ ਅਤੇ ਨਾਲ ਹੀ ਨਾਲ ਇੱਕ ਵੱਡੀ ਮੰਗ ਵੀ ਰੱਖ ਦਿੱਤੀ ਗਈ ਹੈ। ਕੀ ਉਹ ਮੰਗ, ਇਸ ਬਾਰੇ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ। ਸੁਨੀਲ ਜਾਖੜ ਜਿਹੜੇ ਕਿ ਵਿਵਾਦਤ ਬਿਆਨਾਂ ਦੇ ਵਿੱਚ ਘਿਰੇ ਹੋਏ ਨੇ, ਉਹਨਾਂ ਦੇ ਵੱਲੋਂ ਹੁਣ ਸਪਸ਼ਟੀਕਰਨ ਦਿੱਤਾ ਗਿਆ। ਕਿਸ ਤਰ੍ਹਾਂ ਦਾ ਸਪਸ਼ਟੀਕਰਨ ਦਿੱਤਾ ਗਿਆ ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਾਂਗਰਸ ਦੀ। ਕਾਂਗਰਸ ਜੋ ਕਿ ਆਪਣਾ ਪ੍ਰਧਾਨ ਬਦਲਣ ਜਾ ਰਹੀ ਹੈ, ਕਿਸ ਪ੍ਰਧਾਨ ਦੀ ਗੱਲ ਕਰ ਰਹੀ ਹੈ ਤੇ ਕਿਸ ਤਰ੍ਹਾਂ ਦਾ ਇੱਕ ਪ੍ਰਧਾਨ ਕਿਉਂ ਬਦਲਿਆ ਜਾਏਗਾ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੈਂ ਨਾਲ ਜੋੜੇ ਹੋਏ ਨੇ ਸਿੱਖ ਵਿਦਵਾਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਸਾਹਿਬ। ਸਭ ਤੋਂ ਪਹਿਲਾਂ ਖਾਨਪੁਰ ਸਾਹਿਬ ਦਾ ਕਰਾਂਗੇ ਸਵਾਗਤ। ਖਾਨਪੁਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਲਖਵਿੰਦਰ ਸਿੰਘ ਜੀ ਮਾਨ, ਮੈਂ ਵਿਨੀ ਪ੍ਰੋਗਰਾਮ ਦੇ ਸਮੁੱਚੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਖਾਨਪੁਰ ਸਾਹਿਬ, ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਦਾ ਕਾਟੋ ਕਲੇਸ਼ ਜੱਗ ਜ਼ਾਹਿਰ ਹੈ ਜੀ। ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਨਜ਼ਰ ਆ ਰਹੀ ਹੈ, ਜਿਸ ਨੂੰ ਕਿ ਸਮੇਟਣ ਦੀ ਕੋਸ਼ਿਸ਼ ਲਗਾਤਾਰ ਨਵੇਂ ਬਣੇ ਪ੍ਰਧਾਨ, ਨਵੇਂ ਨਿਯੁਕਤ ਪ੍ਰਧਾਨ ਰਾਜਾ ਬੜਿੰਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਮੀਟਿੰਗਾਂ ਦੇ ਦੌਰ ਚੱਲ ਰਹੇ ਨੇ, ਲੇਕਿਨ ਇਸ ਦੇ ਬਾਵਜੂਦ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਰਕੇ ਸਿੱਧੇ ਇਲਜ਼ਾਮ ਨਵਜੋਤ ਸਿੰਘ ਸਿੱਧੂ ਉੱਪਰ ਵੀ ਲੱਗਦੇ ਨੇ ਵੀ ਧੜੇਬੰਦੀ ਨੂੰ ਇਹ ਹੱਲਾਸ਼ੇਰੀ ਦੇ ਰਹੇ ਨੇ। ਸੋ ਇਸ ਗਤੀਵਿਧੀਆਂ ਤੋਂ ਪਰੇਸ਼ਾਨ ਹੋ ਕੇ ਇੱਕ ਸਖਤ ਸੰਦੇਸ਼ ਦਿੱਤਾ ਗਿਆਗਾ ਰਾਜਾ ਬੜਿੰਗ ਵੱਲੋਂ। ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕੱਲ੍ਹ ਇਹ ਗੱਲ ਕਹੀ ਹੈ ਕਿ ਹੁਣ ਕਾਂਗਰਸ ਪਾਰਟੀ ਦੇ ਵਿੱਚ ਮੈਂ ਨਹੀਂ ਚੱਲੇਗੀ। ਜਿਹੜੇ ਲੀਡਰ ਮੈਂ ਕਰਦੇ ਨੇ, ਭਾਵ ਕੀ ਕਹਿੰਦੇ ਨੇ, ਮੈਂ ਪਾਰਟੀ ਤੋਂ ਸਰਬੋਤਮ ਹੈ, ਪਾਰਟੀ ਮੇਰੇ ਕਰਕੇ ਸਰਵਾਈਵ ਕਰ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਅਨੁਸ਼ਾਸਨਹੀਨਤਾ ਦੀਆਂ ਗੱਲਾਂ ਬਰਦਾਸ਼ਤ ਨਹੀਂ ਹੋਣਗੀਆਂ। ਭਾਵੇਂ ਕਿ ਉਹਨਾਂ ਨੇ ਸਪਸ਼ਟ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਲਿਆ, ਲੇਕਿਨ ਸਿੱਧਾ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਦੇ ਉੱਪਰ ਸਾਧਿਆ ਗਿਆ। ਕਿਵੇਂ ਦੇਖ ਰਹੇ ਹੋ ਇਸ ਸਖਤ ਸੰਦੇਸ਼ ਨੂੰ? ਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਪਹਿਲਾਂ ਮੈਂ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਅੱਜ ਪ੍ਰਕਾਸ਼ ਦਿਵਸ ਹੈ, ਜਿਹੜਾ ਉਹ ਦਿੱਲੀ ਲਾਲ ਕਿਲੇ ਵਿੱਚ ਸਮੁੱਚੀ ਇਨਸਾਨੀਅਤ, ਸਰਕਾਰ ਵੱਲੋਂ, ਪੰਜਾਬੀਆਂ ਵੱਲੋਂ ਤੇ ਸਾਰੇ ਹਿੰਦੂ ਵਿਸ਼ਵ ਭਾਈਚਾਰੇ ਮਨਾ ਰਿਹਾ। ਮੈਂ ਉਸ ਦੀ ਸਾਰੇ ਹਿੰਦੁਸਤਾਨ ਦੇ ਨਿਵਾਸੀਆਂ ਨੂੰ, ਸਭ ਧਰਮਾਂ ਦੇ ਲੋਕਾਂ ਨੂੰ ਲੱਖ ਲੱਖ ਵਧਾਈ। ਦੂਜੀ ਜੋ ਆਪ ਜੀ ਨੇ ਬੇਨਤੀ ਕੀਤੀ ਹੈ, ਕਾਂਗਰਸ ਦੇ ਕਾਟੋ ਕਲੇਸ਼ ਜੀ, ਕਾਂਗਰਸ ਦਾ ਕਾਟੋ ਕਲੇਸ਼ ਜਿਸ ਦਿਨ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹਿਆ ਤੇ ਜਾਖੜ ਤੋਂ ਪ੍ਰਧਾਨਗੀ ਖੋਹੀ ਹੈ, ਉਸ ਦਿਨ ਦਾ ਇਹ ਥੰਮਣ ਦਾ ਨਾਂ ਨਹੀਂ ਲੈ ਰਿਹਾ, ਕਿਉਂਕਿ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ। ਪੰਜਾਬ ਦੀ ਜੋ ਇਲੈਕਸ਼ਨ ਦੀ ਕਾਰਗੁਜ਼ਾਰੀ ਸੀ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਉਹ ਚੰਗੀ ਤਰ੍ਹਾਂ ਸਾਬਤ ਨਹੀਂ ਹੋ ਸਕੀ। ਉਹ ਆਪਣੀ ਸੀਟ ਦੇ ਉੱਤੇ ਹੀ ਸਿਮਟ ਕੇ ਰਹਿ ਗਏ ਤੇ ਆਪਣੀ ਸੀਟ ਵੀ ਗਵਾ ਦਿੱਤੀ। ਇਸ ਲਈ ਕਾਂਗਰਸ ਨੇ ਸਾਰੇ ਸੂਬਿਆਂ ਦਾ ਜਿੱਥੇ ਇਲੈਕਸ਼ਨਾਂ ਹੋਈਆਂ ਸੀ, ਜਿੱਥੇ ਕਾਰਗੁਜ਼ਾਰੀ ਦਾ ਸਾਰੀ ਇੰਨੀ ਚੰਗੀ ਸੀ, 5 ਦੇ 5 ਸੂਬਿਆਂ ਤੋਂ 5 ਤੋਂ ਹੀ ਉਹਨਾਂ ਨੇ ਅਸਤੀਫੇ ਲੈ ਲਏ ਸੀ ਪ੍ਰਧਾਨਾਂ ਤੇ ਉੱਥੇ ਪ੍ਰਭਾਰੀਆਂ ਤੋਂ। ਉਸ ਤੋਂ ਬਾਅਦ ਬੜੇ ਕਾਟੋ ਕਲੇਸ਼ ਤੋਂ ਬਾਅਦ ਉੱਥੇ ਨਵਾਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਨਿਯੁਕਤ ਕੀਤਾ ਸੀ। ਲੇਕਿਨ ਰਾਜਾ ਬੜਿੰਗ ਦੇ ਨਾਲ ਲੱਗਣ ਦੀ ਬਜਾਏ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਗੱਦੀਓਂ ਲਾਹਿਆ ਗਿਆ ਸੀ, ਸਮਝਾ ਉਸ ਦੇ ਵਿਰੋਧ ਦੇ ਉੱਤੇ ਆ ਗਏ, ਆਪਣੇ ਧੜੇ ਬਣਾਉਣੇ ਸ਼ੁਰੂ ਕਰ ਦਿੱਤੇ, ਧੜੇ ਬਣਾ ਕੇ ਮੀਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਾਸੇ ਤਾਂ ਕਾਂਗਰਸ ਇਕਜੁੱਟਤਾ ਦਾ ਸਬੂਤ ਦੇ ਰਹੀ ਹੈ ਕਿ ਪਾਰਟੀ ਇੱਕ ਹੈ, ਡਿਸਿਪਲਿਨ ਹੈ, ਪਰ ਡਿਸਿਪਲਿਨ ਨਾਂ ਦੀ ਕੋਈ ਪਾਰਟੀ ਵਿੱਚ ਕੋਈ ਥਾਂ ਨਹੀਂ, ਕੋਈ ਜਗ੍ਹਾ ਹੀ ਨਹੀਂ, ਕੋਈ ਕੁਛ ਡਿਸਿਪਲਿਨ ਹੋ ਹੀ ਰਿਹਾ। ਹਰ ਬੰਦਾ ਆਪਣੀ ਡਾਬਲੀ ਬਣਾ ਕੇ ਉੱਟੀ ਜਾ ਰਿਹਾ ਤੇ ਆਪਣਾ ਧੜੇ ਨੂੰ ਮਜ਼ਬੂਤ ਕਰ ਰਿਹਾ।
ਤੇ ਰਾਜੇ ਵੜਿੰਗ ਨੇ ਵੀ ਗੱਲ ਕਹੀ ਸੀ, ਜੇ ਕੋਈ ਬੰਦਾ ਇੰਡੀਪੈਂਡੈਂਟ ਤੌਰ ਤੇ ਪਾਰਟੀ ਨੂੰ ਮਜ਼ਬੂਤੀ ਵਾਸਤੇ ਕੋਈ ਗੱਲ ਕਰਦਾ, ਕੋਈ ਮਾੜੀ ਗੱਲ ਨਹੀਂ ਕਰਨੀ ਚਾਹੀਦੀ ਹੈ, ਹਰ ਇੱਕ ਇਨਸਾਨ ਦਾ ਹੱਕ ਹੈ। ਪਰ ਜੇ ਕੋਈ ਪਾਰਟੀ ਨੂੰ ਢੇਰ ਲਾਉਣ ਦੇ ਲਈ, ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਕੋਈ ਕਾਰਵਾਈ ਕਰੇਗਾ, ਉਸ ਨੂੰ ਕਿਸੇ ਹਾਲਤ ਦੇ ਵਿੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਕੋਈ ਕਿੱਡਾ ਹੀ ਵੱਡਾ ਲੀਡਰ ਹੋਵੇ। ਕਈ ਲੋਕ ਮੈਂ ਕਰਦੇ ਆ ਵੀ ਜੋ ਕਿਹਾ ਮੈਂ ਹੈ, ਜੇ ਮੈਂ ਹੁੰਦਾ ਇਹ ਕਰ ਦਿੰਦਾ ਮੈਂ, ਪਰ ਮੈਂ ਦਾ ਹਮੇਸ਼ਾ ਵਿਰੋਧ ਰਿਹਾ। ਉਹ ਜਿਹੜਾ ਆਪਣੇ ਆਪ ਨੂੰ ਮੈਂ ਕਹਿੰਦਾ, ਉਹ ਸਮਝੋ ਵੀ ਉਹਦੇ ਪੱਲੇ ਕੁਝ ਨਹੀਂ, ਉਹ ਸਿਰਫ ਮੈਂ ਉਹ ਇੱਕ ਬੜਾ ਸਲੋਗ ਲਿਖਿਆ, ਬੜੇ ਕਬੀਰ ਦਾ ਸਲੋਗ ਨਹੀਂ, ਮੈਨੂੰ ਨਾ ਨਹੀਂ, ਕਹਿੰਦੇ ਬੜੇ ਬੜਾਈ ਨਾ ਕਰੇ, ਆਪਣੇ ਆਪ ਨੂੰ ਕਦੇ ਬੜਾ ਨਾ ਸਮਝੇ, ਮੈਂ ਬੜਾ, ਬੜੇ ਬੜਾਈ ਨਾ ਕਰੇ, ਬੜੇ ਨਾ ਬੋਲੇ ਬੋਲ, ਰਹਿਮਨ ਹੀਰਾ ਕਬ ਕਹੇ ਲੱਖ ਟਕਾ ਮੇਰਾ ਬੋਲ। ਜਿਹੜਾ ਹੀਰਾ ਹੁੰਦਾ ਹੈ ਰਹਿਮਨ, ਇਹ ਰਹਿਮਨ ਦਾ ਸਲੋਕ ਹੈ। ਰਹਿਮਨ ਕਹਿੰਦਾ ਹੀਰਾ ਕਦੇ ਨਹੀਂ ਕਹਿੰਦਾ ਵੀ ਮੇਰਾ ਲੱਖ ਰੁਪਈਆ ਮੁੱਲ ਹੈ, ਮੇਰਾ ਕਰੋੜ ਰੁਪਈਆ ਮੁੱਲ ਹੈ। ਹਮੇਸ਼ਾ ਜਿਹੜੇ ਦਾ ਕੋਈ ਮੁੱਲ ਨਹੀਂ ਹੁੰਦਾ, ਉਹ ਕਹਿੰਦੇ ਮੈਂ ਹੀਰੇ ਵਰਗਾ, ਮੇਰਾ ਇੰਨਾ ਮੁੱਲ ਹੈ। ਇਸ ਲਈ ਕਿਸੇ ਵੀ ਲੀਡਰ ਨੂੰ ਮੈਂ ਨਹੀਂ ਕਰਨੀ ਚਾਹੀਦੀ। ਮੈਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਤਾਂ ਲੋਕਾਂ ਨੇ ਦੇਖਣੀ ਆ, ਲੋਕਾਂ ਨੇ ਹੀ ਉਹਨੂੰ ਹੀਰੋ ਬਣਾਉਣਾ ਹੈ, ਲੋਕਾਂ ਨੇ ਉਹਨੂੰ ਲੀਡਰ ਬਣਨਾ ਹੈ, ਲੋਕਾਂ ਨੇ ਉਹਦਾ ਸਨਮਾਨ ਕਰਨਾ ਹੈ। ਜੇ ਹਰ ਗੱਲ 'ਚ ਆਪਾਂ ਮੈਂ ਕਰਦੇ ਰਹੀਏ ਤਾਂ ਇਹਦਾ ਮਤਲਬ ਉਹਦੇ ਪੱਲੇ ਕੁਝ ਨਹੀਂ ਹੁੰਦਾ, ਸਿਰਫ ਉਹਦੇ ਪੱਲੇ ਮੈਂ ਹੀ ਹੁੰਦੀ ਹੈ। ਹਮੇਸ਼ਾ ਮੈਂ ਤੇ ਤੂੰ ਦਾ ਵਿਰੋਧ ਰਿਹਾ। ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ। ਆਪਾਂ ਕਿਸੇ ਦੇ ਹੋ ਜਾਈਏ, ਕਿਸੇ ਨੂੰ ਸਮਰਪਣ ਕਰ ਦਈਏ, ਆਪਣਾ ਗਵਾ ਦਈਏ, ਆਪਣਾ ਆਪ ਖਤਮ ਕਰਕੇ ਕਿਸੇ ਨਿਸ਼ਾਵਰ ਹੋ ਜਾਈਏ, ਉਹਦੀ ਜਗ੍ਹਾ ਉੱਚਾ ਰੁਤਬਾ ਪਾਉਂਦਾ ਹੈ, ਉੱਚੀ ਉਹਦੀ ਮਾਨਸਿਕਤਾ ਹੁੰਦੀ ਹੈ। ਇਸ ਲਈ ਪਾਰਟੀ ਵਿੱਚ ਮੈਂ ਨਹੀਂ, ਪਾਰਟੀ ਵੱਡੀ ਹੁੰਦੀ ਹੈ। ਕੋਈ ਵੀ ਇਨਸਾਨ ਹੈ ਪਾਰਟੀ ਕਰਕੇ ਹੀ ਉਹਦਾ ਚਮਕਦਾ ਹੈ, ਪਾਰਟੀ ਕਰਕੇ ਨਾਂ ਹੈ। ਪਾਰਟੀ ਇੱਕ ਪਾਵਰ ਹੁੰਦੀ ਹੈ, ਜਿੱਦਾਂ ਇੱਕ ਬਿਜਲੀ ਹੈ, ਬਿਜਲੀ ਜੇ ਬੱਲਬ ਵਿੱਚ ਆ ਜਾਏ, ਬੱਲਬ ਦੀ ਰੋਸ਼ਨੀ ਵੱਧ ਤੋਂ ਵੱਧ ਹੁੰਦੀ ਹੈ, 1000 ਬਣਦਾ। ਜੇ ਉਹਦੇ ਵਿੱਚੋਂ ਲਾਈਟ ਚਲੀ ਜਾਏ, ਪਾਵਰ ਚਲੀ ਜਾਵੇ, ਉਹ ਖਾਲੀ ਫਿਊਜ਼ ਹੋਏ ਬਲਬ ਬਣੇ। ਇਸ ਲਈ ਜਿਹੜੇ ਲੀਡਰਾਂ ਦੇ ਕੋਲ ਪਾਵਰ ਨਹੀਂ ਪਿੱਛੋਂ ਹੁੰਦੀ, ਉਹ ਇੱਕ ਫਿਊਜ਼ ਹੋਏ ਬੱਲਬ ਦੀ ਤਰ੍ਹਾਂ ਹੁੰਦੇ ਨੇ, ਜਿਨ੍ਹਾਂ 'ਚ ਲਾਈਟ ਆ ਜਾਂਦੀ ਹੈ, ਉਹ ਫਿਊਜ਼ ਹੋਏ ਵੀ ਇੰਨੀ ਰੋਸ਼ਨੀ ਦਿੰਦੇ ਨੇ। ਇਸ ਲਈ ਜਿਹਦੀ ਹੱਥ ਪਾਵਰ ਹੁੰਦੀ ਹੈ, ਉਸੇ ਦੀ ਚੱਲਦੀ ਹੈ, ਉਹਦੇ ਨਾਲ ਲੱਗੇ ਚੱਲਣਾ ਚਾਹੀਦਾ ਜੀ। ਬਿਲਕੁਲ। ਸੋ ਰਾਜਾ ਵੜਿੰਗ ਨੂੰ ਤੁਸੀਂ ਬਿਲਕੁਲ ਸਹੀ ਮੰਨਦੇ ਹੋ ਵੀ ਉਹਨਾਂ ਨੇ ਗੱਲ ਕਹੀ ਕਿ ਪਾਰਟੀ ਵੱਡੀ ਆ ਭਾਈ, ਪਾਰਟੀ ਦੇ ਨਾਲ ਚੱਲੋ, ਮੈਂ ਨਹੀਂ ਚੱਲੇਗੀ ਕਾਂਗਰਸ 'ਚ। ਜੋ ਪਹਿਲਾਂ ਕੁਝ ਹੋ ਗਿਆ, ਹੁਣ ਇਸ ਤਰ੍ਹਾਂ ਦਾ ਕੁਝ ਨਹੀਂ ਚੱਲੇਗਾ। ਲੇਕਿਨ ਦੂਸਰੇ ਪਾਸੇ ਆਪਾਂ ਗੱਲ ਕਰੀਏ ਜੀ ਪ੍ਰਤਾਪ ਸਿੰਘ ਬਾਜਵਾ ਦੀ, ਕਾਟੋ ਕਲੇਸ਼ ਕਾਂਗਰਸ ਦਾ ਸਾਫ਼ ਜੱਗ ਜ਼ਾਹਰ ਹੈ। ਲਗਾਤਾਰ ਇੱਕ ਦੂਜੇ ਉੱਪਰ ਤੂੰ ਮੈਂ ਨੂੰ ਲੈ ਕੇ ਵਿਰੋਧ ਹੁੰਦਾ ਆ ਰਿਹਾ ਹੈ, ਲਗਾਤਾਰ ਇਲਜ਼ਾਮ ਤਰਾਸ਼ੀਆਂ ਨੇ, ਤੇ ਦੂਸਰੇ ਪਾਸੇ ਆਪਣੀ ਪਾਰਟੀ ਨੂੰ ਨਾ ਦੇਖਦੇ ਹੋਏ ਦੂਸਰੀ ਪਾਰਟੀ ਨੂੰ ਨਸੀਹਤਾਂ ਦਿੰਦੇ ਨਜ਼ਰ ਆਏ ਨੇ। ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਤਾਂ ਉਹ ਭਗਵੰਤ ਮਾਨ ਨੂੰ ਕੱਲ ਨਸੀਹਤ ਦਿੰਦੇ ਹੋਏ ਨਜ਼ਰ ਆਏ ਨੇ ਵੀ ਭਾਈ ਪਾਰਟੀ ਨੂੰ, ਆਪਣੀ ਸਰਕਾਰ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਭਗਵੰਤ ਮਾਨ ਨੂੰ ਪੈਰਾ ਸਿਰ ਹੋਣਾ ਚਾਹੀਦਾ ਹੈ, ਉਹਨੂੰ ਕੇਜਰੀਵਾਲ ਤੋਂ ਮੁਕਤੀ ਪਾ ਲੈਣੀ ਚਾਹੀਦੀ ਹੈ। ਸੋ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ SYL ਦੇ ਮੁੱਦੇ ਉੱਪਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦਾ ਜੋ ਵਿਚਾਰ ਉਹਨਾਂ ਨੇ ਬਿਆਨ ਦਿੱਤਾ ਸੀ, ਬੜਾ ਨਿੰਦਣਯੋਗ ਹੈ। ਉਹਦੇ ਉੱਪਰ ਭਗਵੰਤ ਮਾਨ ਦਾ ਕੀ ਸਟੈਂਡ ਹੈ, ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ। ਦੂਸਰਾ, ਉਹਨਾਂ ਨੇ ਇੱਕ ਵੱਡੀ ਮੰਗ ਰੱਖੀ ਹੈ ਵੀ ਇੱਕ ਸਬਸਿਡੀ ਦੀ ਗੱਲ ਕੀਤੀ ਗਈ ਸੀ ਸਰਕਾਰ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ। ਇਹ ਸਬਸਿਡੀ ਦੇ ਲਈ ਪੈਸਾ ਕਿੱਥੋਂ ਆਏਗਾ, ਇਹ ਕਲੀਅਰ ਕੀਤਾ ਜਾਵੇ। ਤੇ ਨਾਲ ਹੀ ਉਹਨਾਂ ਨੇ ਵੱਡੀ ਮੰਗ ਰੱਖੀ ਹੈ ਕਿ ਬਿਜਲੀ ਦੀ ਇਸ ਟਾਈਮ ਮੌਜੂਦਾ ਸਮੇਂ ਸੂਬੇ ਦੇ ਵਿੱਚ ਸਥਿਤੀ ਕੀ ਹੈ, ਇਸ ਨੂੰ ਸਪਸ਼ਟ ਕਰਨ ਦੇ ਲਈ ਵਾਈਟ ਪੇਪਰ ਜਾਰੀ ਕੀਤਾ ਜਾਵੇ। ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਰਾਘਵ ਚੱਡਾ ਪੰਜਾਬ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਕਿਉਂ ਲੈ ਰਹੇ ਨੇ, ਤੇ ਨਾਲ ਹੀ ਇੱਕ ਹੋਰ ਉਹਨੇ ਵੱਡੀ ਮੰਗ ਰੱਖੀ ਹੈ ਵੀ ਇਹ ਸਪਸ਼ਟ ਕਰਨ ਵੀ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਕਿਸ ਤਰ੍ਹਾਂ ਸੁਰੱਖਿਆ ਦੇ ਵਿੱਚ ਪਹੁੰਚ ਗਈ ਕੇਜਰੀਵਾਲ ਦੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਨਸੀਹਤਾਂ ਵੀ ਦਿੱਤੀਆਂ ਨੇ ਤੇ ਨਾਲ ਵੱਡੀਆਂ ਮੰਗਾਂ ਵੀ ਰੱਖੇ ਨੇ। ਕਿਵੇਂ ਦੇਖ ਰਹੇ ਹੋ ਉਹਨਾਂ ਦੀ ਨਸੀਹਤ ਨੂੰ ਵੀ ਪੈਰਾ ਸਿਰ ਹੋਣ, ਤੇ ਬਾਕੀ ਜੋ ਉਹਨਾਂ ਨੇ ਮੰਗਾਂ ਬਿਜਲੀ ਨੂੰ ਲੈ ਕੇ ਰੱਖੀਆਂ ਨੇ, ਸਬਸਿਡੀ ਨੂੰ ਲੈ ਕੇ ਰੱਖੀਆਂ ਨੇ, ਕਿਵੇਂ ਦੇਖ ਰਹੇ ਹੋ ਇਹਨਾਂ ਮੰਗਾਂ ਨੂੰ? ਮਾਨ ਸਾਹਿਬ ਦੇਖੋ, ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਹੱਕ ਹੈ, ਕਿਉਂਕਿ ਬਾਜਵਾ ਸਾਹਿਬ ਵੀ ਓਪੋਜੀਸ਼ਨ ਦੇ ਲੀਡਰ ਨੇ। ਲੇਕਿਨ ਆਵਰ ਉਪਦੇਸ਼ ਹੈ ਆਪ ਨਾ ਕਰੇ, ਦੂਜੇ ਨੂੰ ਆਪਾਂ ਉਪਦੇਸ਼ ਦਈਏ ਆਪ ਨਾ ਕਰੀਏ, ਇਹ ਗੱਲ ਵੀ ਸ਼ੋਭਾ ਨਹੀਂ ਦਿੰਦੀ। ਜਦੋਂ ਕਿ ਪਾਰਟੀ ਦੇ ਵਿੱਚ ਖੁਦ ਇੰਨਾ ਕਲੇਸ਼ ਚੱਲ ਰਿਹਾ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਦੇ ਲੱਗੇ ਰਹੇ ਹੈ। ਪਹਿਲਾਂ ਆਪਣੀ ਪਾਰਟੀ ਦੇ ਨੂੰ ਅਸੀਂ ਇਕਜੁੱਟ ਕਰੀਏ, ਕਲੇਸ਼ ਖਤਮ ਕਰੀਏ, ਫਿਰ ਅਸੀਂ ਦੂਜੇ ਨੂੰ ਨਸੀਹਤ। ਚਲੋ ਜੋ ਉਹਨਾਂ ਨੇ ਨਸੀਹਤ ਦਿੱਤੀ ਹੈ, ਕੋਈ ਗਲਤ ਨਹੀਂ ਦਿੱਤੀ, ਠੀਕ ਹੈ, ਪਰ ਬੰਦਾ ਇਹ ਸੋਚਦਾ ਵੀ ਆਪਣਾ ਘਰ ਕਾਬੂ ਨਹੀਂ ਹੁੰਦਾ ਕਿ ਅਸੀਂ ਪੜੋਸੀ ਨੂੰ ਸਮਝਾਉਣ ਤੋਂ ਵੀ ਇਹਦਾ ਪੜੋਸੀ ਵੀ। ਹਾਂ, ਦੂਜੀ ਗੱਲ ਜਿਹੜੀ ਕਹੀ ਹੈ ਉਹਨਾਂ ਨੇ
ਕਿ ਭਗਵੰਤ ਮਾਨ ਜੀ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਨੇ, ਸਾਰੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੈ। ਉਹ ਇੰਡੀਪੈਂਡੈਂਟ ਤੌਰ ਤੇ ਆਪਣੇ ਮਨ ਦੀ ਗਹਿਰਾਈਆਂ ਦੇ ਵਿੱਚੋਂ ਜੋ ਫੈਸਲਾ ਉਹ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ, ਕਿਸੇ ਦੇ ਦਬਾਅ ਥੱਲੇ ਆ ਕੇ ਨਾ ਫੈਸਲਾ, ਔਰ ਹੈ ਵੀ ਗੱਲ ਠੀਕ ਹੈ ਕਿਉਂਕਿ ਮੁੱਖ ਮੰਤਰੀ ਤਾਂ ਸ੍ਰੀ ਭਗਵੰਤ ਮਾਨ ਜੀ ਨੇ, ਪਰ ਕਈ ਵਾਰ ਰਾਘਵ ਚੱਡਾ ਜਿਹੜੇ ਕਿ ਪੰਜਾਬ ਦੇ ਇੱਥੇ ਬਣਾਏ ਸੀ, ਇੰਚਾਰਜ ਬਣਾਏ ਸੀਗੇ, ਉਸ ਤੋਂ ਬਾਅਦ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਤਾ, ਉਹ ਅੱਜ ਵੀ ਆ ਕੇ ਭਗਵੰਤ ਮਾਨ ਦੀ ਹਾਜ਼ਰੀ ਤੋਂ ਬਿਨਾਂ ਆ ਕੇ ਮੀਟਿੰਗਾਂ ਕਰਦੇ ਨੇ। ਇਹਦੇ ਵਿੱਚ ਇੱਕ ਮੁੱਖ ਮੰਤਰੀ ਦੀ ਬੇਅਦਬੀ ਹੈ, ਪੰਜਾਬ ਦੀ ਵੀ ਹੈ ਕਿ ਪੰਜਾਬ ਦੇ ਕੋਲ ਕੋਈ ਸਿਆਣਾ ਲੀਡਰ ਮੁੱਖ ਮੰਤਰੀ ਹੈ ਹੀ ਨਹੀਂ ਜਿਹੜਾ ਕਿ ਫੈਸਲੇ ਉਹ ਕਰਦਾ। ਦੂਜਾ, ਜਿਹੜਾ ਹਰਿਆਣੇ ਦੇ ਮੈਂਬਰ ਰਾਜ ਸਭਾ ਨੇ ਬਿਆਨ ਦਿੱਤਾ ਹੈ ਕਿ 2025 ਦੇ ਵਿੱਚ ਕੱਲੇ ਪਿੰਡ ਦੇ ਵਿੱਚ ਨਹਿਰੀ ਪਾਣੀ SYL ਦਾ ਪਾਣੀ ਅਸੀਂ ਦਵਾਂਗੇ ਜੀ। ਇਸ ਬਿਆਨ ਦੇ ਉੱਤੇ ਨਾ ਤਾਂ ਕੋਈ ਕੇਜਰੀਵਾਲ ਨੇ ਸਪਸ਼ਟੀਕਰਨ ਦਿੱਤਾ ਹੈ ਤੇ ਨਾ ਕੋਈ ਰਾਘਵ ਚੱਡੇ ਨੇ ਦਿੱਤਾ ਹੈ, ਨਾ ਹੀ ਕੋਈ ਭਗਵੰਤ ਮਾਨ ਜੀ ਨੇ ਦਿੱਤਾ ਹੈ ਕਿ ਉਹ ਪਾਣੀ ਪੰਜਾਬ ਦਾ ਜਾਊਗਾ ਕਿਵੇਂ ਹਰਿਆਣੇ 'ਚ। ਇੱਕ ਪਾਸੇ ਤਾਂ ਇਹ ਆ ਕੇ ਪੰਜਾਬ ਦੇ ਵਿੱਚ ਕੇਜਰੀਵਾਲ ਕਹਿੰਦਾ ਕਿ ਪੰਜਾਬ ਦੀ ਬੂੰਦ ਪਾਣੀ ਆ ਪੰਜਾਬੀਆਂ ਦਾ, ਪੰਜਾਬ ਦੇ ਸਰੋਤਾਂ ਤੋਂ ਪੈਦਾ ਹੋਇਆ ਇਹ ਪਾਣੀ ਦਾ। ਦੂਜੇ ਪਾਸੇ ਹਰਿਆਣੇ ਦੇ ਵਿੱਚ ਹੁਣ ਇਲੈਕਸ਼ਨ ਆ ਰਹੀਆਂ ਨੇ 25 ਦੇ ਵਿੱਚ, ਉਹਦੇ ਵਿੱਚ ਇਹ ਗੱਲ ਛੋੜੀ ਹੋਈ ਅਸੀਂ ਪਾਣੀ ਇੰਨਾ ਪਾਣੀ ਕਰ ਦਾਂਗੇ ਕਿ ਜਿਹੜਾ ਪਾਣੀ ਦਾ ਤੁਹਾਡਾ ਹਿੱਸਾ SYL ਦਾ ਉਹ ਜਲਦੀ ਬਣਾ ਕੇ ਦੇਵਾਂਗੇ। 2025 ਦੇ ਵਿੱਚ ਹਰ ਪਿੰਡ ਦੇ ਵਿੱਚ ਸੂਏ ਦੇ ਦਰਿਆ ਪਾਣੀ ਜਾਊਗਾ। ਇਹ ਸਭ ਜਿਹੜੀਆਂ ਨੇ ਇੱਕ ਇਹ ਸਿਆਸੀ ਸਟੰਟਬਾਜ਼ੀ ਹੈ। ਲੋਕਾਂ ਨੂੰ ਜਿਵੇਂ ਪੰਜਾਬ 'ਚ ਗੁੰਮਰਾਹ ਕਰ ਰਿਹਾ, ਤੁਹਾਨੂੰ ਜੇ 300 ਯੂਨਿਟ ਬਿਜਲੀ ਦੇਵਾਂਗੇ, 300 ਯੂਨਿਟ ਬਿਜਲੀ ਹਰ ਮਹੀਨੇ 2 ਮਹੀਨੇ ਦਾ ਬਿੱਲ 600 ਆਊਗਾ। ਫਿਰ ਇਹਨਾਂ ਸੋਚਦਾ ਵੀ ਜੇ ਦਲਤਾਂ ਦਾ ਆਜੂਗਾ ਉਹਨਾਂ ਨੂੰ ਕੋਈ ਦੇਣਾ ਪਊਗਾ, ਉੱਪਰਲਾ ਭਰਨਾ ਪਊਗਾ ਤੇ ਜਨਰਲ ਕੈਟੇਗਰੀ ਨੂੰ ਪੂਰੇ ਪਰ ਉਹ ਫੈਸਲਾ ਗਲਤ ਸੀਗਾ ਕਿਉਂਕਿ 70% ਜਿਹੜੀ ਆਬਾਦੀ ਹੈ ਉਹ ਜਿਹੜੀ ਆ ਲੋਕਲ ਲੋਕਾਂ ਦੇ, ਆਪਣੇ ਜਨਰਲ ਲੋਕਾਂ ਦੀ ਆ, ਉਹਨਾਂ ਨੇ ਵੋਟਾਂ ਪਾਈਆਂ ਨੇ। ਹਾਲਾਂਕਿ ਇਹ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ ਇੰਨੀਆਂ ਨੌਕਰੀਆਂ ਨਹੀਂ ਮਿਲੀਆਂ ਜਿੰਨੀਆਂ ਰਿਜ਼ਰਵ ਕੈਟਾਗਰੀ ਦੇ ਵਿੱਚ ਮਿਲੀਆਂ ਨੇ। ਉਹ ਇਨਕਮ ਟੈਕਸ ਵੀ ਭਰਦੇ ਨੇ, ਉਹਨਾਂ ਦੇ ਸਾਰੇ ਵਿੱਚ ਨੌਕਰੀ, ਉਹਨਾਂ ਨੂੰ ਇੰਨੀਆਂ ਛੋਟਾਂ ਕਿਉਂ? ਪਰ ਇਹਨਾਂ ਨੇ ਕੱਲ ਉਹ ਸੋਧ ਕੀਤੀ ਹੈ ਵੀ 300 ਯੂਨਿਟ 600 ਯੂਨਿਟ ਦੇ ਉੱਤੇ ਜਿਹਦਾ ਵੀ ਬਿੱਲ ਆਊਗਾ ਉਸ ਦੇ ਉੱਤੇ ਉਹ ਜਿਹੜਾ ਫੈਸਲਾ ਸਾਰਿਆਂ ਵਾਸਤੇ ਲਾਗੂ ਹੋਊਗਾ। ਅੱਛੀ ਗੱਲ। ਦੂਜੀ ਗੱਲ, ਇਹ ਬਿਜਲੀ ਦੀ ਤਾਂ ਕਹਿੰਦੇ ਦਵਾਂਗੇ, ਪਰ ਬਿਜਲੀ ਵਾਸਤੇ ਪੈਸਾ ਕਿੱਥੋਂ ਲਾਉਣਗੇ? 3 ਲੱਖ ਕਰੋੜ ਰੁਪਏ ਦਾ ਤਾਂ ਕਰਜ਼ਈ ਪਹਿਲਾਂ ਹੀ ਪੰਜਾਬ ਹੋਇਆ ਬੈਠਾ, ਇਹਦਾ ਵਿਆਜ ਪਾ ਕੇ 4 ਲੱਖ ਕਰੋੜ ਤੋਂ ਉੱਪਰ ਟੱਪ ਜਾਊਗਾ। ਇਸ ਲਈ ਪਹਿਲਾਂ ਕੋਈ ਨਾ ਕੋਈ ਇਹ ਸੋਰਸ ਪੈਦਾ ਕਰਨ। ਕੀ ਹਟ ਕੇ ਟੈਕਸ ਲਾਉਣ ਨੂੰ ਜਾ ਰਹੇ ਨੇ ਪੰਜਾਬੀਆਂ ਦੇ ਉੱਤੇ? ਪਹਿਲੇ ਟੈਕਸ ਦੀ ਮਾਰ ਥਲੇ ਤਾਂ ਪੰਜਾਬੀ ਦਬੇ ਪਏ ਨੇ ਤੇ ਮਹਿੰਗਾਈ ਨੇ ਕਚੂੰਬਰ ਕੱਢਿਆ ਪਿਆ, ਮੁਲਾਜ਼ਮ ਨੌਕਰੀਆਂ ਹੈ ਨਹੀਂ, ਤਨਖਾਹਾਂ ਰੁਕੀਆਂ ਪਈਆਂ ਨੇ। ਇਸ ਲਈ ਕੋਈ ਇਹਨਾਂ ਨੂੰ ਮਾਸਟਰ ਪਲਾਨ ਕੋਈ ਇਦਾਂ ਦਾ ਕਰਨਾ ਚਾਹੀਦਾ ਵਾਈਟ ਪੇਪਰ, ਤਾਂ ਕਿ ਦੱਸਣ ਵੀ ਸਾਡੇ ਕੋਲ ਇੰਨਾ ਪੈਸਾ ਅਸੀਂ ਟੈਕਸਾਂ ਰਾਹੀਂ ਜਿਹੜਾ ਬੋਝ ਨਹੀਂ ਪਾਵਾਂਗੇ, ਜਾਂ ਜਿਹੜੇ ਪਿੱਛੇ ਘਪਲੇ ਹੋਏ ਨੇ ਉਹਨਾਂ ਦੀ ਰਿਕਵਰੀ ਕਰਕੇ ਪਾਵਾਂਗੇ, ਜਾਂ ਮਾਫੀਏ ਤੋਂ ਇਕੱਠਾ ਕਰਾਂਗੇ। ਪਰ ਇਹਨਾਂ ਨੇ ਕੋਈ ਉਹ ਗਾਈਡਲਾਈਨ ਕਲੀਅਰ ਨਹੀਂ ਕੀਤੀ। ਜਦ ਤੱਕ ਕਲੀਅਰ ਨਹੀਂ ਕੀਤੀ, ਲੋਕਾਂ ਦੇ ਵਿੱਚ ਇਹ ਭੰਬਲ ਭੂਸਾ ਇਸ ਤਰ੍ਹਾਂ ਜਾਰੀ ਰਹੇਗਾ ਤੇ ਹਮੇਸ਼ਾ ਆਪ ਪਾਰਟੀ ਨੂੰ ਕਦੇ ਦੋਗਲੀ ਪਾਲਸੀ ਨਹੀਂ ਵਰਤਣੀ ਚਾਹੀਦੀ ਜਿੱਦਾਂ ਇਹ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਵਰਤ ਰਿਹਾ। ਇਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੰਸ਼ੇ ਪੈਦਾ ਹੋਏ ਨੇ ਕਿ ਆਹ ਵਾਅਦਾ ਦਾ ਕੀ ਕਰਕੇ ਗਏ ਸੀ, ਹੁਣ ਦੇ ਚੋਣਾਂ ਜਿੱਤਣ ਤੋਂ ਬਾਅਦ ਇਹ ਕੀ ਵਾਅਦੇ ਕਰ ਰਹੇ ਨੇ। ਇਹਨਾਂ ਨੂੰ ਸੋਚ ਸਮਝ ਕੇ ਜੋ ਬਿਆਨ ਦੇਣੇ ਚਾਹੀਦੇ ਨੇ। ਦੋਨੇ ਸੂਬਿਆਂ ਨੂੰ ਠੀਕ ਹੈ, ਪਾਰਟੀਆਂ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਨੇ, ਲੇਕਿਨ ਇਹ ਨਹੀਂ ਕਿ ਇਸ ਸੂਬੇ 'ਚ ਹੋਰ ਗੱਲ ਕਹਿ ਜਾਓ, ਦੂਜੇ 'ਚ ਹੋਰ ਕਹਿ ਜਾਓ। ਕੱਲ੍ਹ ਨੂੰ ਤੁਸੀਂ ਉਹਦਾ ਸੁਪਨੇ ਤਾਂ ਲੈ ਰਹੇ ਹੋ ਅਸੀਂ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਲੜਨੀ ਹੈ ਕੇਜਰੀਵਾਲ ਜੀ ਨੇ, ਤੇ ਅਸੀਂ ਦੋਨੇ ਸੂਬਿਆਂ 'ਚ ਆਪਸ ਦੇ ਫੈਸਲੇ ਨਹੀਂ ਉਹ ਕਰ ਸਕਦੇ ਤੇ ਤੁਸੀਂ ਹਿੰਦੁਸਤਾਨ ਨੂੰ ਕਿਵੇਂ ਸਾਂਭੋਗੇ? ਇਸ ਲਈ ਸੋਚ ਕੇ ਫੈਸਲੇ ਕਰੋ। ਜੀ ਬਿਲਕੁਲ। ਸੋ ਲੱਗਦਾ ਵੀ ਉਹਨਾਂ ਦੇ ਵਾਈਟ ਪੇਪਰ ਦੀ ਗੱਲ ਕੀਤੀ ਗਿਆ, ਉਹਦੇ ਉੱਪਰ ਵੀ ਵਿਚਾਰ ਕਰੇਗਾ ਭਗਵੰਤ ਮਾਨ ਸਾਡਾ CM। ਪਰ ਮੈਨੂੰ ਲੱਗਦਾ ਨਹੀਂ ਵੀ ਉਸ ਸਥਿਤੀ ਵਿੱਚ ਹੈਗੇ ਨੇ ਉਹ ਵਾਈਟ ਪੇਪਰ ਲਿਆ ਸਕਦੇ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੰਗ ਰੱਖੀ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ, ਸ਼ਾਇਦ ਆਮ ਆਦਮੀ ਪਾਰਟੀ ਇਸ ਬਾਰੇ ਵੀ ਸੋਚੇਗੀ। ਹੁਣ ਆਪਾਂ ਗੱਲ ਕਰਾਂਗੇ ਸੁਨੀਲ ਜਾਖੜ ਜੀ, ਜਿਹੜੇ ਕਿ ਲਗਾਤਾਰ ਵਿਵਾਦਾਂ ਦੇ ਨਾਲ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ, ਮੁਸੀਬਤਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਗੱਲ ਕਰੀਏ, ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਵਾਬ ਮੰਗਿਆ ਗਿਆ ਸੀ, ਜਵਾਬ ਨਹੀਂ ਦਿੱਤਾ ਉਹਨਾਂ ਨੇ ਕਾਂਗਰਸੀ ਅਨੁਸ਼ਾਸਨੀ ਕਮੇਟੀ ਨੂੰ। ਉਹਨਾਂ ਵੱਲੋਂ ਕੋਈ ਨਾ ਕੋਈ ਕਾਰਵਾਈ ਇੱਕ ਦੋ ਦਿਨ 'ਚ ਕਹਿਣ ਦੀ ਗੱਲ ਹੋਈ ਸੀ ਕੱਲ੍ਹ, ਜਿਸ ਤਰ੍ਹਾਂ ਕਿ ਲਗਾਤਾਰ ਬਿਆਨ ਆਏ ਨੇਗੇ ਅਨੁਸ਼ਾਸਨੀ ਕਮੇਟੀ ਦੇ ਵੱਲੋਂ, ਉਹਨਾਂ ਦੇ ਮੈਂਬਰਾਂ ਵੱਲੋਂ ਵੀ ਕਾਰਵਾਈ ਕਰਾਂਗੇ। ਤੇ ਦੂਸਰੇ ਪਾਸੇ ਇੱਕ ਉਹਨਾਂ ਦੇ ਉੱਪਰ FIR ਕਰਨ ਦੇ ਲਈ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਵੀ ਰਵਿਦਾਸ ਭਾਈਚਾਰੇ ਦੇ ਵੱਲੋਂ ਟਿੱਪਣੀ ਕਰਨ ਦੇ ਲਈ, ਕਿ ਉਹਨਾਂ ਨੇ ਟਿੱਪਣੀ ਕੀਤੀ ਸੀ ਰਵਿਦਾਸ ਭਾਈਚਾਰੇ ਦੇ ਉੱਪਰ। ਲੇਕਿਨ ਕੱਲ੍ਹ ਉਹ ਇਸ ਪ੍ਰਤੀ ਸਪਸ਼ਟੀਕਰਨ ਦੇਣ ਦੇ ਲਈ
ਰਵਿਦਾਸ ਜਨਮ ਸਥਾਨ ਗੋਵਰਧਨਪੁਰ ਉੱਥੇ ਪਹੁੰਚੇ ਸੀਗੇ, ਜਿੱਥੇ ਕਿ ਉਹਨਾਂ ਨੇ ਮੰਦਿਰ ਦੇ ਵਿੱਚ ਨਤਮਸਤਕ ਹੋਏ। ਰਵਿਦਾਸ ਮੰਦਿਰ ਦੇ ਵਿੱਚ ਨਾਲ ਹੀ ਨਾਲ ਉਹਨਾਂ ਨੇ ਮੈਨੇਜਮੈਂਟ, ਜੋ ਮੰਦਿਰ ਦੀ ਮੈਨੇਜਮੈਂਟ ਆ, ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਵੀ ਮੈਂ ਕਦੇ ਵੀ ਜਾਂ ਅਸੀਂ ਕਦੇ ਵੀ ਰਵਿਦਾਸ ਭਾਈਚਾਰੇ ਦੇ ਖਿਲਾਫ ਨਹੀਂ ਬੋਲੇ, ਲੇਕਿਨ ਜੇਕਰ ਇਸ ਤਰ੍ਹਾਂ ਲੱਗਿਆ ਸਾਡੇ ਕਿਸੇ ਵਿਵਾਦ ਹੋਇਆਗਾ ਇਸ ਗੱਲ ਨੂੰ ਲੈ ਕੇ, ਸਾਡੇ ਬਿਆਨ ਨੂੰ ਲੈ ਕੇ, ਵੀ ਮੇਰੇ ਬਿਆਨ ਨੂੰ ਲੈ ਕੇ, ਤਾਂ ਉਸ ਦੇ ਲਈ ਮੈਂ ਇੱਥੇ ਨਤਮਸਤਕ ਹੋਣ ਦੀ ਲਿਆਇਆ। ਸੋ ਕੱਲ ਉਹ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਏ ਨੇਗੇ ਗੋਵਰਧਨਪੁਰ ਵਾਰਾਣਸੀ ਵਿੱਚ ਜਨਮ ਸਥਾਨ ਆ ਰਵਿਦਾਸ ਜੀ ਦਾ। ਤੇ ਕਿਵੇਂ ਦੇਖ ਰਹੇ ਹੋ ਵੀ ਇਸ ਸਪਸ਼ਟੀਕਰਨ ਤੋਂ ਕੀ ਰਵਿਦਾਸ ਭਾਈਚਾਰਾ ਸੰਤੁਸ਼ਟ ਹੋ ਜਾਏਗਾ? ਜਿਸ ਤਰ੍ਹਾਂ ਦਾ ਬਵਾਲ ਪੰਜਾਬ ਦੇ ਵਿੱਚ ਉੱਠਿਆ ਹੋਇਆ ਵੀ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, FIR ਹੋਣੀ ਚਾਹੀਦੀ ਹੈ, ਰਵਿਦਾਸ ਭਾਈਚਾਰਾ ਇਸ ਸਪਸ਼ਟੀਕਰਨ ਤੋਂ ਸੰਤੁਸ਼ਟ ਹੋ ਜਾਏਗਾ? ਜਿਹੜੇ ਸਾਡੇ ਤੀਰਥ ਸਥਾਨ ਨੇ, ਇਹ ਸਾਡੇ ਲਈ ਪੂਜਿਆ ਯੋਗ। ਭਗਤ ਰਵਿਦਾਸ ਜੀ ਦਾ ਜਨਮ ਸਥਾਨ ਬਨਾਰਸ ਦੇ ਵਿੱਚ, ਜਿੱਥੇ ਉਹ ਪੈਦਾ ਹੋਏ, ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਸਮਾਂ ਲੰਘਾਇਆ, ਜਿੱਥੇ ਉਹਨੇ ਉਪਦੇਸ਼ ਦਿੱਤੇ, ਉੱਥੇ ਜਾ ਕੇ ਜਾਖੜ ਜੀ ਨੇ ਬੇਨਤੀ ਕੀਤੀ ਹੈ, ਅਰਜ਼ੋਈ ਕੀਤੀ ਹੈ, ਨਤਮਸਤਕ ਹੋਏ ਨੇ ਤੇ ਆਪਣੇ ਆਪ ਨੂੰ ਆਪਣੇ ਤੋਂ ਭਾਰ ਲਾਇਆ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਜਿਹੜਾ ਸੀਗਾ ਉਹ ਪ੍ਰਚਾਰ ਕੀਤਾ ਗਿਆ ਤੇ ਮੈਨੂੰ ਦਲਿਤ ਭਾਈਚਾਰੇ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਇਨਸਾਨ ਉਸ ਸਥਾਨ ਤੇ ਜਾ ਕੇ, ਜਿਸ ਸਥਾਨ ਦੇ ਬਾਰੇ ਉਹ ਸ਼ਬਦ ਕਹੇ, ਉੱਥੇ ਜਾ ਕੇ ਆਪਣੀ ਖੀਮਾ ਜਾਚਨਾ ਕਰ ਲਈ ਜਾਂ ਮਾਫੀ ਮੰਗ ਲਈ, ਜਾਂ ਜੇ ਉਹ ਕਹਿੰਦਾ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਂ ਉਹਦੀ ਮਾਫੀ ਮੰਗਦਾ, ਮੈਂ ਕਹਿੰਦਾ ਇਸ ਤੋਂ ਵੱਡੀ ਉਸ ਬੰਦੇ ਦੀ ਹੋਰ ਕੋਈ ਕੁਝ ਨਹੀਂ ਹੋ ਸਕਦੀ। ਜਿਹੜਾ ਬੰਦਾ ਗਲਤੀ ਮੰਨ ਲੈਂਦਾ, ਉਹ ਬੰਦਾ ਗਲਤ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਰਿਅਲਾਈਜ਼ ਕਰਦਾ। ਕਈ ਵਾਰ ਸਿਆਸੀ ਲੋਕ ਕਈ ਸ਼ਬਦਾਂ ਨੂੰ ਤੋੜ ਮਰੋੜ ਕੇ ਇਦਾਂ ਪੇਸ਼ ਕਰਦੇ ਨੇ, ਉਹ ਆਪਣਾ ਮਸਲਾ ਹੱਲ ਕਰਦੇ। ਲੇਕਿਨ ਇੰਨੇ ਜਾਖੜ ਸਾਹਿਬ ਬੜੇ ਸੁਲਝੇ ਹੋਏ ਬੰਦੇ ਨੇ, ਬੜੀ ਸਾਰੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੀ ਸਿਆਸਤ ਦੇ ਵਿੱਚ ਗੁਜ਼ਰੀ ਹੈ। ਹੋ ਸਕਦਾ ਹੋਵੇ ਕਈ ਵਾਰ ਬੰਦਾ ਇਮੋਸ਼ਨਲ ਹੋ ਕੇ ਗੱਲ ਕਹਿੰਦਾ ਵੀ ਇਹ ਕੱਲ ਦਾ ਜੰਮਿਆ ਹੋਇਆ ਮੇਰੇ ਬਰਾਬਰ ਆ ਗਿਆ। ਆਪਾਂ ਕੱਲ ਦੇ ਜੰਮੇ ਦਾ ਮਤਲਬ ਕਹਿੰਦਾ ਵੀ ਚੰਨੀ ਸਾਹਿਬ ਸੀ, ਚੰਨੀ ਸਾਹਿਬ ਮੁੱਖ ਮੰਤਰੀ ਬਣਿਆ, ਵੀ ਚੰਨੀ ਦਲ ਸੀਗਾ, ਉਸੇ ਜਿਹੜੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਪਰ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਕਿ ਮੇਰਾ ਨਾਮ ਹੈ, ਇਹ ਸ਼ਬਦ ਕਹੇ ਨੇ, ਨਾਮ ਹੈ ਇਸ ਨਜ਼ਰੀਏ ਨਾਲ ਕਹੇ ਨੇ, ਮੈਂ ਇਹ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦਾ। ਬਾਕੀ ਅੱਗੇ ਹੁਣ ਪਾਰਟੀ ਨੇ ਦੇਖਣਾ ਕਿ ਪਾਰਟੀ ਕੀ ਕਾਰਵਾਈ ਕਰਦੀ ਹੈ। ਜੇ ਪਾਰਟੀ ਉਹਨਾਂ ਖਿਲਾਫ ਕੋਈ ਕਾਰਵਾਈ ਕਰੇਗੀ ਇਸ ਬਿਆਨ ਤੋਂ ਬਾਅਦ ਵੀ, ਤਾਂ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਇਸੇ ਤਰ੍ਹਾਂ ਇੱਕ AK ਥਾਮਸ ਨੇ ਜੋ ਕੇਰਲਾ ਦੇ, ਉਹ ਵੀ ਇਸ ਸਿਲਸਿਲੇ 'ਚ ਉਲਝੇ ਹੋਏ ਨੇ। ਤੇ ਪਾਰਟੀ ਨੂੰ ਤਾਂ ਇਹ ਸਿਆਣੇ ਬੰਦਿਆਂ ਦੀ, ਪੁਰਾਣੇ ਕੁਰਬਾਨੀ ਵਾਲਿਆਂ ਦੀ, ਜਿਨ੍ਹਾਂ ਤੋਂ ਗਾਈਡਲਾਈਨ ਲੈਣੀ ਆ, ਉਹਨਾਂ ਦੀ ਲੋੜ ਹੈ। ਜੇ ਇਹ ਪਾਰਟੀ ਦੇ ਵਿੱਚੋਂ ਇਹੋ ਜਿਹੇ ਬੰਦਿਆਂ ਦਾ ਉਹਨੂੰ ਬਾਹਰ ਦਾ ਰਸਤਾ ਦਿਖਾਉਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਰਟੀ ਬਿਲਕੁਲ ਇੱਕ ਅੰਤ ਖਤਮ ਹੋਣ ਦੇ ਕਿਨਾਰੇ ਤੇ ਆ ਜਾਏ। ਜੀ ਬਿਲਕੁਲ ਬਿਲਕੁਲ, ਵੀ ਲੱਗਦਾ ਹੁਣ ਜੋ ਇਹ ਇੱਕ ਤਰ੍ਹਾਂ ਵਿਵਾਦ ਭਖਿਆ ਹੋਇਆ ਸੀਗਾ ਰਵਿਦਾਸ ਭਾਈਚਾਰੇ ਵੱਲੋਂ ਲੈ ਕੇ, ਜਿਸ ਤਰ੍ਹਾਂ ਕਿ ਉਹ ਨਤਮਸਤਕ ਹੋਏ ਨੇ, ਉੱਥੇ ਮੈਨੇਜਮੈਂਟ ਸਾਹਮਣੇ ਸਪਸ਼ਟੀਕਰਨ ਦਿੱਤਾ ਜਾ ਕੇ, ਉਹ ਵੀ ਉਸ ਮੰਦਿਰ ਦੇ ਵਿੱਚ ਜਿਹੜਾ ਕਿ ਜਨਮ ਸਥਾਨ ਹੈਗਾ ਗੋਵਰਧਨਪੁਰ ਵਾਰਾਣਸੀ 'ਚ। ਸੋ ਲੱਗਦਾ ਵੀ ਸ਼ਾਇਦ ਰਵਿਦਾਸ ਭਾਈਚਾਰਾ ਹੁਣ ਥੋੜ੍ਹਾ ਠੰਡਾ ਹੋਏਗਾ, ਕਿਉਂਕਿ ਸਪਸ਼ਟੀਕਰਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਜੇਕਰ ਭਾਈਚਾਰਾ ਮੇਰੇ ਤੇ ਗੁੱਸਾ ਤਾਂ ਮੈਂ ਖਿਮਾ ਦਾ ਜਾਚਕ ਵੀ ਹੈ, ਇਹ ਗੱਲ ਕਹਿੰਦੇ ਨਜ਼ਰ ਆਏ ਨੇ ਉੱਤੇ। ਤੇ ਉਹ ਕਹਿੰਦੇ ਸੀ ਨਤਮਸਤਕ ਵੀ ਇਸੇ ਲਈ ਹੋਣ ਵਾਸਤੇ ਆਏ ਆ, ਮਤਲਬ ਕਿ ਆਪਣੀ ਗਲਤੀ ਰਿਅਲਾਈਜ਼ ਕਰਦੇ ਹੋਏ ਨਜ਼ਰ ਆਏ ਨੇ। ਹੁਣ ਗੱਲ ਕਰੀਏ ਆਪਾਂ ਕਾਂਗਰਸ ਦੀ ਇੱਕ ਵਾਰ ਫਿਰ ਤੋਂ, ਭਾਵੇਂ ਕਿ ਬਲਰਾਮ ਜਾਖੜ ਨੂੰ ਲੈ ਕੇ ਵੱਡਾ ਵਿਵਾਦ ਕਾਂਗਰਸ ਦੇ ਵਿੱਚ ਹੈ, ਨਵਜੋਤ ਸਿੱਧੂ ਨੂੰ ਲੈ ਕੇ ਵਿਵਾਦ ਬੜਾ ਉੱਠਿਆ ਹੋਇਆ। ਪੰਜਾਬ ਦੀ ਗੱਲ ਕਰੀਏ ਜਾਂ ਬਾਕੀ ਸੂਬਿਆਂ ਦੀ ਗੱਲ ਕਰੀਏ, ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ। ਇਸ ਤਰ੍ਹਾਂ ਦੇ ਵਿਵਾਦ ਹੁਣ UT ਦੇ ਵਿੱਚ ਉੱਠਿਆ ਜੀ। ਗੱਲ ਕਰਾਂਗੇ ਸੁਭਾਸ਼ ਚਾਵਲਾ ਜੀ, ਜਿਹੜੇ ਕਿ ਚੰਡੀਗੜ੍ਹ ਦੇ ਪ੍ਰਧਾਨ ਨੇ, ਲੇਕਿਨ ਉਹਨਾਂ ਦੀ ਪ੍ਰਧਾਨਗੀ ਉੱਪਰ ਵੀ ਉਂਗਲਾਂ ਉੱਠਣ ਲੱਗੀਆਂ ਨੇ, ਕਿਉਂਕਿ ਪਿਛਲੇ ਦਿਨੀ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਕਾਂਗਰਸ ਹਾਸ਼ੀਏ ਤੇ ਚਲੀ ਗਈ ਸੀ, ਤੀਜੇ ਨੰਬਰ ਤੇ ਪਹੁੰਚ ਗਈ ਸੀ। ਤੇ ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਜੋ ਜਥੇਬੰਦਕ ਢਾਂਚਾ ਸੀ, ਉਹਦੇ ਵਿੱਚ ਜਿਹੜੇ ਅਹੁਦੇਦਾਰ ਸੀ ਉਹਨਾਂ ਵੱਲੋਂ ਵੀ ਅਹੁਦੇ ਛੱਡ ਕੇ ਦੂਜੀਆਂ ਪਾਰਟੀਆਂ ਦਾ ਰੁਖ ਕੀਤਾ ਗਿਆ ਸੀ, ਜਿਸ ਦੇ ਕਰਕੇ ਜਥੇਬੰਦਕ ਤੌਰ ਤੇ ਢਾਂਚਾ ਬਿਲਕੁਲ ਕਮਜ਼ੋਰ ਹੋ ਚੁੱਕਿਆ ਸੀ। ਜਥੇਬੰਦਕ ਢਾਂਚਾ ਫਿਰ ਤੋਂ ਉਸਾਰਿਆ ਜਾ ਰਿਹਾ, ਲੇਕਿਨ ਸਭ ਤੋਂ ਪਹਿਲੀ ਗਾਸ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਪ੍ਰਧਾਨ ਦੇ ਉੱਪਰ, ਸੁਭਾਸ਼ ਚਾਵਲਾ ਜੀ, ਕਿਉਂਕਿ ਕਈ ਹੋਰ ਨੇਤਾ ਨੇ ਜਿਹੜੇ ਪ੍ਰਧਾਨਗੀ ਦੀ ਰੇਸ ਵਿੱਚ ਨੇ ਤੇ ਹਾਈ ਕਮਾਨ ਵੀ ਸੰਕੇਤ ਦੇ ਚੁੱਕੀ ਹੈ ਵੀ ਉੱਥੇ ਪ੍ਰਧਾਨਗੀ ਬਦਲੀ ਜਾ ਸਕਦੀ ਹੈ, ਪ੍ਰਧਾਨ ਨੂੰ ਚੇਂਜ ਕੀਤਾ ਜਾ ਸਕਦਾ ਹੈ। ਕਿਵੇਂ ਦੇਖ ਰਹੇ ਹੋ ਵੀ ਸਾਬਕਾ ਮੇਅਰ ਦੀ ਗੱਲ ਕਰੀਏ ਕਮਲੇਸ਼ ਜੀ, ਉਹ ਰੇਸ 'ਚ ਬਹੁਤ ਅੱਗੇ ਨੇ। ਹਰਮੋਹਿੰਦਰ ਲੱਕੀ ਜਿਹੜੇ ਕਿ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ, ਉਹ ਰੇਸ ਦੇ ਵਿੱਚ ਨੇ।
ਤੇ ਹਰਮੇਲ ਕੇਸਰੀ ਦੀ ਗੱਲ ਕਰੀਏ ਜਿਹੜੇ ਮੌਜੂਦਾ ਜਨਰਲ ਸਕੱਤਰ ਨੇ ਯੂਟੀ ਦੇ ਤੇ ਨਾਲ ਹੀ ਉਹ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ, ਕਿਵੇਂ ਦੇਖ ਰਹੇ ਹੋ ਇਹਨਾਂ ਤਿੰਨਾਂ ਲੀਡਰਾਂ ਦੇ ਵਿੱਚੋਂ ਕਿਹੜਾ ਸਭ ਤੋਂ ਅੱਗੇ ਲੱਗ ਰਿਹਾ ਹੈਗਾ ਜਿਸ ਦੇ ਸਿਰ ਇਹ ਪ੍ਰਧਾਨਗੀ ਦਾ ਤਾਜ ਸੱਜ ਸਕਦਾ, ਕਿਉਂਕਿ ਪ੍ਰਧਾਨਗੀ ਦੇ ਵਿੱਚ ਤਬਦੀਲੀ ਲਗਭਗ ਤੈਅ ਨਜ਼ਰ ਆ ਰਹੀ ਹੈ, ਕਿਵੇਂ ਦੇਖ ਰਹੇ ਹੋ? ਮਾਨ ਸਾਹਿਬ ਪਹਿਲਾਂ ਸਿਆਸਤ ਜਿਹੜੀ ਹੁੰਦੀ ਸੀ ਉਹਨਾਂ ਦਾ ਕੋਈ ਅਸੂਲ ਹੁੰਦਾ ਸੀ, ਜਿੱਥੇ ਬੰਦਾ ਖੜ ਗਿਆ ਉਸ ਪਾਰਟੀ ਦੇ ਨਾਲ ਆਖਰੀ ਸਵਾਸਾਂ ਤੱਕ ਖੜਦਾ ਸੀ। ਪਰ ਹੁਣ ਜਿਹੜੀ ਹੈਗੀ ਹੈ ਸਿਆਸਤ ਅਬ ਤਜਾਰਤ ਬਣ ਗਈ। ਜਿਹੜੀ ਸਿਆਸਤ ਹੈ ਇਹ ਤਜਾਰਤ ਬਣ ਗਈ, ਇੱਕ ਬਿਜ਼ਨਸ ਬਣ ਗਈ ਹੈ। ਜਿਹੜੇ ਨਵੇਂ ਲੋਕ ਪਾਰਟੀ ਵਿੱਚ ਆਉਂਦੇ ਨੇ ਉਹ ਇਹ ਸੋਚਦੇ ਨੇ ਕਿ ਇਸ ਪਾਰਟੀ ਨਾਲ ਲੱਗ ਕੇ ਮੇਰਾ ਕੀ ਸਿਫਰ ਸਕਦਾ ਹੈ, ਮੈਂ ਕੀ ਕਮਾਈ ਕਰ ਸਕਦਾ, ਮੈਂ ਕਿੱਥੋਂ ਦਾ ਕਾਰੋਬਾਰ ਕਰ ਸਕਦਾ। ਇਸ ਲਈ ਕੋਈ ਵੀ ਇਨਸਾਨ ਪਾਰਟੀ 'ਚ ਪੱਕੇ ਤੌਰ ਤੇ ਨਹੀਂ ਆਉਂਦਾ। ਹੁਣ ਜਦੋਂ ਇਹਨਾਂ ਨੇ ਕਾਂਗਰਸ ਪਾਰਟੀ ਸੁਭਾਸ਼ ਚਾਵਲਾ ਜੀ ਪ੍ਰਧਾਨ ਰਹੇ ਨੇ, ਬੜਾ ਕੰਮ ਚੰਗਾ ਕੀਤਾ, ਪਰ ਆ ਜਦੋਂ ਹੁਣ ਇਲੈਕਸ਼ਨ ਆਈਆਂ, ਇਲੈਕਸ਼ਨਾਂ ਦੇ ਵਿੱਚ ਆਪ ਦੀ ਐਡੀ ਹਵਾ ਬਣੀ ਕਿ ਬਦਲਾ ਦੇਖੋ ਐਤਕੀ ਦੂਜੀ ਪਾਰਟੀਆਂ ਨੂੰ ਛੱਡੋ, ਇਹਨਾਂ ਵੀ ਉਹ ਬਦਲਾਅ ਦੇ ਕਾਰਨ ਜਿੰਨੇ ਵੀ ਇਹਨਾਂ ਦੇ ਕਾਂਗਰਸੀ ਵਰਕਰ ਸੀ ਸਾਰੇ ਛੱਡ ਕੇ ਉਹ ਆਪ ਆਦਮੀ ਪਾਰਟੀ ਦੇ ਵਿੱਚ ਚਲੇ ਗਏ। ਆਪ ਆਦਮੀ ਜਾਣ ਕਰਕੇ ਤੇ ਆਮ ਆਦਮੀ ਪਾਰਟੀ ਨੂੰ ਕਾਫੀ ਉੱਤੇ ਬਹੁਮਤ ਸਾਬਤ ਹੋਣ ਵਾਲੇ ਦੂਜੇ ਨੰਬਰ ਤੇ ਬੀਜੇਪੀ ਆਈ ਤੇ ਕਾਂਗਰਸ ਤੀਜੇ ਨੰਬਰ ਦੇ ਉੱਤੇ ਆਈ। ਇਸ ਲਈ ਜਿਹੜੀ ਬੀਜੇਪੀ ਪਾਰਟੀ ਹੈ ਇਹ ਸੈਂਟਰ 'ਚ ਰਾਜ ਕਰਦੀ ਹੈ, ਇਹਦੇ ਕੋਲ ਸਭ ਤਰ੍ਹਾਂ ਦੇ ਹਥਿਆਰ ਨੇ। ਇਹਨਾਂ ਨੇ ਆਪ ਦੇ ਬੰਦੇ ਵੀ ਕਾਂਗਰਸ ਦੇ ਵੀ ਕੁਝ ਤੋੜ ਕੇ ਇਹਨਾਂ ਨੇ ਉੱਥੇ ਆਪਣੀ ਜਿਹੜੀ ਹੈ ਉੱਥੇ ਮੈਜੋਰਟੀ ਬਣਾ ਲਈ ਹੈ। ਇਸ ਲਈ ਹੁਣ ਉੱਥੇ ਜੋ ਬਦਲੀ ਹੋਣੀ ਹੈ ਵੀ ਇੱਥੋਂ ਕਾਂਗਰਸ ਪ੍ਰਧਾਨ ਬਦਲੋ, ਉੱਥੇ ਜਿਨ੍ਹਾਂ ਦਾ ਜੋ ਆਪ ਜੀ ਨੇ ਨਾਮ ਲਏ ਨੇ ਬੜੇ ਸਾਰੇ ਹੀ ਉੱਥੇ ਮਿਹਨਤ ਕਰਨ ਵਾਲੇ ਕਾਂਗਰਸੀ ਨੌਜਵਾਨ ਵਰਕਰ ਸੀਗੇ। ਪਰ ਇਸ ਟਾਈਮ ਸਾਹ ਹਰਮਿੰਦਰ ਸਿੰਘ ਲੱਕੀ ਤੇ ਹਰਮੇਲ ਕੇਸਰੀ ਜਿਹੜੇ ਕਿ ਯੁਵਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਜਨਰਲ ਸਕੱਤਰ ਵੀ ਰਹੇ ਨੇ, ਅੱਛੀ ਕਾਰਗੁਜ਼ਾਰੀ ਵੀ ਕੀਤੀ ਹੈ, ਅੱਛੇ ਦਿੱਖ ਵਾਲੇ ਵੀ ਨੇ। ਇਹਨਾਂ ਦੋਨਾਂ ਦੇ ਵਿੱਚ ਤਕਰੀਬਨ ਮੁਕਾਬਲਾ ਤਾਂ ਹੋਰ ਵੀ ਕਈ ਕਿੰਨੇ ਨੇ, ਪਰ ਇਹਨਾਂ ਦਾ ਮੁਕਾਬਲਾ ਇਹਨਾਂ ਦੋਨਾਂ ਦੇ ਵਿੱਚ ਹੈ, ਹਰਮਿੰਦਰ ਲੱਕੀ ਦੇ ਵਿੱਚ ਤੇ ਹਰਮੇਲ ਕੇਸਰੀ ਦੇ ਵਿੱਚ। ਇਹਨਾਂ ਦੇ ਵਿੱਚੋਂ ਦੇਖੋ ਕਿਹੜਾ ਬਾਜੀ ਮਾਰਦਾ, ਕਿਸ ਬੰਦੇ ਦੇ ਉੱਤੇ ਕਾਂਗਰਸ ਪ੍ਰਧਾਨਗੀ ਦਾ ਤਾਜ ਹੈ ਜਿਹੜਾ ਉਹ ਪਾਰਟੀ ਟਿਕਾਉਂਦੀ ਹੈ। ਲੇਕਿਨ ਅਜੇ ਕਾਂਗਰਸ ਵਾਸਤੇ ਸਭ ਅੱਛਾ ਨਹੀਂ ਹੈਗਾ। ਅਜੇ ਕਾਂਗਰਸ ਦੀ ਫੁੱਟ ਜਦ ਤੱਕ ਦਿੱਲੀ ਦੇ ਵਿੱਚੋਂ ਹੱਲ ਨਹੀਂ ਹੁੰਦੀ ਸੂਬਿਆਂ, ਤਾਂ ਉਦੋਂ ਤੱਕ ਕਿਸੇ ਵੀ ਸਟੇਟ ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੋ ਸਕਦੀ। ਜੀ ਬਿਲਕੁਲ। ਸੋ ਤੁਸੀਂ ਇੱਕ ਵਾਰ ਫਿਰ ਤੋਂ ਹਾਈ ਕਮਾਂਡ ਦੇ ਉੱਪਰ ਉਂਗਲ ਚੁੱਕੇ ਵੀ ਜਦੋਂ ਤੱਕ ਭਾਵੇਂ ਕਿ ਪਿਛਲੇ ਦਿਨ ਗੱਲ ਕਰੀਏ ਹਾਈ ਕਮਾਂਡ ਦੇ ਵੱਲੋਂ 5 ਉਹਨਾਂ ਪ੍ਰਧਾਨਾਂ ਦਾ ਅਸਤੀਫਾ ਮੰਗ ਲਿਆ ਗਿਆ ਸੀ ਜਿਨ੍ਹਾਂ ਸੂਬਿਆਂ ਦੇ ਵਿੱਚ ਪੰਜੋ ਸੂਬਿਆਂ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ, ਪੰਜੋ ਸੂਬਿਆਂ ਦੇ ਵਿੱਚ ਹਾਰਨ ਤੋਂ ਬਾਅਦ ਅਸਤੀਫੇ ਮੰਗੇ ਗਏ ਸੀ। ਹੁਣ ਯੂਟੀ ਦੀ ਗੱਲ ਕਰੀਏ ਉੱਥੇ ਵੀ ਪ੍ਰਧਾਨ ਬਦਲਣ ਦੀ ਤਿਆਰੀ ਨੇ, ਲੇਕਿਨ ਸਵਾਲ ਤਾਂ ਇਹ ਹੈ ਵੀ ਕੀ ਪ੍ਰਧਾਨ ਬਦਲਣ ਦੇ ਨਾਲ ਕਾਂਗਰਸ ਦਾ ਮਸਲਾ ਹੱਲ ਹੋ ਜਾਏਗਾ? ਕੀ ਪ੍ਰਧਾਨ ਬਦਲਣ ਦੇ ਨਾਲ ਜੋ ਕਿ ਲੀਹੋਂ ਉਤਰ ਚੁੱਕੀ ਕਾਂਗਰਸ ਪਾਰਟੀ ਆ ਉਹ ਲੀਹ ਦੇ ਉੱਪਰ ਆ ਜਾਏਗੀ, ਟਰੈਕ ਦੇ ਉੱਪਰ ਆ ਜਾਏਗੀ, ਜਾਂ ਫਿਰ ਜਿਵੇਂ ਕਿ ਸਾਡੇ ਸਿੱਖ ਵਿਦਵਾਨ ਸਾਡੇ ਨਾਲ ਜੁੜੇ ਨੇ ਖਾਨਪੁਰ ਸਾਹਿਬ, ਉਹਨਾਂ ਨੇ ਹਾਈ ਕਮਾਂਡ ਦੇ ਉੱਪਰ ਉਂਗਲ ਚੁੱਕਿਆ, ਕਿਹਾ ਵੀ ਜਦੋਂ ਤੱਕ ਉੱਥੇ ਤਬਦੀਲੀ ਨਹੀਂ ਹੁੰਦੀ ਇਹ ਥੱਲੇ ਛੋਟੀਆਂ-ਮੋਟੀਆਂ ਤਬਦੀਲੀਆਂ ਕਰਨ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਸੋ ਖਾਨਪੁਰ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਲੱਕੀ ਸਾਹਿਬ ਤੁਹਾਡਾ ਹੀ ਬਹੁਤ ਧੰਨਵਾਦ, ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਡੇ ਨਾਲ ਜੁੜੇ ਹੋਏ ਸਿੱਖ ਵਿਦਵਾਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਸਾਹਿਬ, ਸੋ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ। ਵੜਿੰਗ ਅਤੇ ਸਿੱਧੂ ਦੇ ਵਿਚਕਾਰ ਜੋ ਖਟਾਸ ਹੈ ਉਹ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ, ਜੋ ਕਾਂਗਰਸ ਦੇ ਉੱਪਰ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਗੱਲਬਾਤ ਯੂਟੀ ਦੇ ਪ੍ਰਧਾਨ ਦੀ ਕੀਤੀ ਹੈ ਵੀ ਪ੍ਰਧਾਨਗੀ ਬਦਲਣੀ ਚਾਹੀਦੀ ਹੈ, ਸੁਨੀਲ ਜਾਖੜ ਦੇ ਸਪਸ਼ਟੀਕਰਨ ਦੀ ਕੀਤੀ ਹੈ, ਤੇ ਨਾਲ ਹੀ ਨਾਲ ਜੋ ਭਗਵੰਤ ਮਾਨ ਨੂੰ ਨਸੀਹਤ ਕਾਂਗਰਸ ਦੇ ਨੇਤਾ ਵੱਲੋਂ ਦਿੱਤੀ ਗਈ ਉਹਦੇ ਨਾਲ ਵਿਸਥਾਰ ਦੇ ਉੱਪਰ ਚਰਚਾ ਕੀਤੀ ਗਈ ਹੈ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਖਾਨਪੁਰ ਸਾਹਿਬ ਦੁਆਰਾ ਕੀਤੀ ਹੋਈ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਏਗੀ ਸਾਡੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।